ਸ਼੍ਰੀ ਅਕਾਲ ਜੀ। ਰੋਪੜ ਟੀਵੀ 1 ਦੇ ਸਟੂਡੀਓ ਦੇ ਵਿੱਚੋਂ ਅਸੀਂ ਅੱਜ ਇੱਕ ਭਖਦੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ, ਕਿਉਂਕਿ ਇਸ ਵਕਤ ਜੋ ਪੰਜਾਬ ਦੇ ਵਿੱਚ ਬੇਸ਼ੱਕ ਸਿਆਸਤ ਕਹੀਏ ਜਾਂ ਆਪਾਂ ਕਹੀਏ ਕਿ ਹੋਰ ਜੋ ਸਭ ਤੋਂ ਭਖਦਾ ਹੋਇਆ ਮਸਲਾ ਹੈ ਉਹ ਹੈ ਖੇਤੀ ਕਾਨੂੰਨ। ਪੰਜਾਬ ਦੇ ਨਾਲ ਨਾਲ ਉੱਤਰੀ ਭਾਰਤ ਜਾਂ ਆਪਾਂ ਕਹੀਏ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਭਖਦਾ ਮਸਲਾ ਹੈ, ਕਿਉਂਕਿ ਜਦੋਂ ਨਵੇਂ ਖੇਤੀ ਕਾਨੂੰਨ ਹੋਂਦ ਵਿੱਚ ਆਏ ਸਨ ਉਸ ਵੇਲੇ ਤੋਂ ਲਗਾਤਾਰ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਪਾਂ ਇਸ ਨੂੰ ਹੋਰ ਪਿੱਛੇ ਜਾ ਕੇ ਵੀ ਕਹਿ ਸਕਦੇ ਹਾਂ ਕਿ ਜਦੋਂ ਨਵੇਂ ਖੇਤੀ ਕਾਨੂੰਨਾਂ ਦਾ ਖਰੜਾ ਤਿਆਰ ਹੋਇਆ ਸੀ, ਆਰਡੀਨੈਂਸ ਬਣੇ ਸੀ, ਉਸੇ ਵਕਤ ਤੋਂ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗਿਆ ਸੀ। ਇਸ ਮਸਲੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਪੈਨਲ ਦੇ ਉੱਤੇ 3 ਮਹਿਮਾਨ ਮੌਜੂਦ ਨੇ। ਸਭ ਤੋਂ ਪਹਿਲਾਂ ਤਾਰੂ ਕਰਵਾ ਦੀ ਉਹਨਾਂ ਦਾ। ਮੇਰੇ ਸੱਜੇ ਪਾਸੇ ਸਭ ਤੋਂ ਪਹਿਲਾਂ ਬੈਠੇ ਨੇ ਗੁਰਨਾਮ ਸਿੰਘ ਜਸ਼ਨਾ ਜੀ, ਜ਼ਿਲ੍ਹਾ ਪ੍ਰਧਾਨ ਨੇ ਇਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ। ਉਹਨਾਂ ਦੇ ਨਾਲ ਅਗਲੇ ਨੰਬਰ ਤੇ ਬੈਠੇ ਨੇ ਗੁਰਮੇਲ ਸਿੰਘ ਬਾੜਾ ਜੀ, ਜੋ ਸਾਡੇ ਰੋਪੜ ਜ਼ਿਲ੍ਹੇ ਦੇ ਹੋਣਹਾਰ ਕਿਸਾਨ ਨੇ ਅਤੇ ਖੇਤੀ ਦੇ ਮੁੱਦਿਆਂ ਦੇ ਉੱਤੇ ਮੁਹਾਰਤ ਰੱਖਦੇ ਨੇ ਅਤੇ ਡਿਟੇਲ ਵਿੱਚ ਗੱਲ ਵੀ ਕਰਨਗੇ। ਉਹਦੇ ਨਾਲ ਸਾਡੇ ਪੈਨਲ ਦੇ ਵਿੱਚ ਇਸ ਵਕਤ ਮੌਜੂਦ ਨੇ ਮਾਸਟਰ ਦਨੀਪ ਸਿੰਘ ਘਨੌਲਾ, ਕੁੱਲ ਹਿੰਦ ਕਿਸਾਨ ਸਭਾ ਯੂਨੀਅਨ ਦੇ ਇਹ ਆਗੂ ਨੇ। ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਦੇ ਹਾਂ ਜਸੜਾ ਜੀ ਦੇ ਨਾਲ। ਜਸੜਾ ਜੀ, ਕੁੱਲ ਮਿਲਾ ਕੇ ਇਸ ਵਕਤ ਪਹਿਲਾਂ ਤਾਂ ਇਹ ਦੱਸੋ, ਆਪਾਂ ਗੱਲਬਾਤ ਨੂੰ ਅੱਗੇ ਹੋਰ ਤੋਰਾਂਗੇ, ਇਸ ਵਕਤ ਮੌਜੂਦਾ ਸਥਿਤੀ ਕਿਆ ਬਣ ਚੁੱਕੀ ਹੈ ਤੇ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਕਿਆ ਚੱਲ ਰਿਹਾ ਹੈ। ਫਤਿਹ ਬੁਲਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੱਲ ਕਰੀਏ ਆਪਾਂ ਜੋ ਕਾਲੇ ਕਾਨੂੰਨ ਕੇਂਦਰ ਨੇ ਲਿਆਂਦੇ ਨੇ, ਹੁਣ ਗੱਲ ਬਹੁਤ ਅੱਗੇ ਲੰਘ ਚੁੱਕੀ ਹੈ। ਕਿਸਾਨਾਂ ਨੇ ਜਿਵੇਂ ਪੰਜਾਬ ਸਰਕਾਰ ਕਹਿੰਦੀ ਰਹੀ ਮਾਲ ਗੱਡੀਆਂ ਵਾਸਤੇ ਰਸਤਾ ਦਿੱਤਾ, ਪਰੰਤੂ ਕੇਂਦਰ ਸਰਕਾਰ ਇਸ ਜੋ ਨਰਮਾਈ ਕਿਸਾਨ ਯੂਨੀਅਨ ਨੇ ਦਿਖਾਈ ਉਹਦਾ ਗਲਤ ਫਾਇਦਾ, ਨਜਾਇਜ਼ ਫਾਇਦਾ ਉਠਾ ਕੇ ਇਹ ਠੋਸ ਰਹੀ ਹੈ ਕਿ ਕਿਸਾਨ ਪੈਸੇਂਜਰ ਗੱਡੀਆਂ ਨੂੰ ਵੀ ਰਸਤਾ ਦੇਣ, ਜਦੋਂ ਕਿ ਕਿਸਾਨ ਤਾਂ ਇੱਕ ਬਹਾਨਾ ਬਣਾਏ ਗਏ ਨੇ ਉਹਨਾਂ ਨੇ। ਅਸਲ ਕਾਰਨ ਹੈਗਾ ਜਿਹੜੀਆਂ ਰੇਲ ਗੱਡੀਆਂ ਇਹਨਾਂ ਦਾ ਪ੍ਰਾਈਵੇਟਾਈਜੇਸ਼ਨ ਕਰ ਰਹੀ ਹੈ ਕੇਂਦਰ ਸਰਕਾਰ, ਉਹਦੇ ਜੋ ਟਾਈਮ ਟੇਬਲ ਹੈ ਉਹਦੇ ਐਡਜਸਟਮੈਂਟ ਕਰ ਰਹੀ ਹੈ ਕਿਸਾਨੀ ਸੰਘਰਸ਼ ਦੇ ਬਹਾਨੇ। ਹੁਣ ਕਿਸਾਨ ਸੋਚ ਰਿਹਾ ਹੈ ਕਿ ਸਾਡੇ ਨਾਲ ਕਿਸੇ ਵੀ ਸਰਕਾਰ ਨੇ ਬਿਲਕੁਲ ਸਾਡੀ ਆਮਦਨ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਵੀ ਸਰਕਾਰ ਨੇ ਸਾਡੇ ਹੱਕ ਵਿੱਚ ਕੋਈ ਫੈਸਲਾ ਨਹੀਂ ਲਿਆ। ਸਰਕਾਰਾਂ ਕੇਂਦਰ ਦੀਆਂ, ਚਾਹੇ ਭਾਜਪਾ ਸੀ, ਚਾਹੇ ਉਹ ਹੁਣ ਦੀ ਭਾਜਪਾ, ਚਾਹੇ ਉਹ ਕਾਂਗਰਸ ਸੀ, ਉਹ ਕਿਸਾਨ ਦੇ ਖਿਲਾਫ ਇਹ ਫੈਸਲੇ ਲੈਂਦੀ ਰਹੀ ਹੈ। ਜਿਹੜੀ ਇਹ ਹੁਣ ਕਾਨੂੰਨ ਆਏ ਨੇ, ਇਹ ਕੇਂਦਰ ਦੀ ਕਾਂਗਰਸ ਸਰਕਾਰ ਦੇ ਟਾਈਮ ਤੋਂ ਸ਼ੁਰੂਆਤ ਹੋ ਗਈ ਸੀਗੀ, ਖਰੜੇ ਤਿਆਰ ਕੀਤੇ ਗਏ ਤੇ ਨਾਲ ਜਿਹੜੀਆਂ ਪੰਜਾਬ ਦੀਆਂ ਸਾਡੀਆਂ ਰਾਜਸੀ ਪਾਰਟੀਆਂ ਉਹਨਾਂ ਦੀ ਵੀ ਮਿਲੀ ਭੁਗਤ ਲੱਗਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ, ਉਹਨਾਂ ਨੇ ਕਿਸਾਨਾਂ ਨੂੰ ਅਵੇਅਰ ਨਹੀਂ ਕੀਤਾ ਅਤੇ ਕਿਸਾਨਾਂ ਦੇ ਹੱਕ ਵਿੱਚ ਆਦਾ ਨਾਰਾ ਨਹੀਂ ਮਾਰਿਆ। ਹੁਣ ਕਿਸਾਨ ਸੋਚ ਰਹੇ ਹਨ ਕਿ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ ਅਤੇ 26, 27 ਤਰੀਕ ਨੂੰ ਅਸੀਂ ਦਿੱਲੀ ਦਾ ਘਿਰਾਓ ਕਰਾਂਗੇ। ਇਹਨਾਂ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਦਮ ਲਾਵਾਂਗੇ, ਕਿਉਂਕਿ ਸਾਡੀ ਆਰਥਿਕਤਾ ਉਹ ਤਬਾਹੀ ਵੱਲ ਪਹੁੰਚਾ ਰਹੀ ਹੈ ਕੇਂਦਰ ਸਰਕਾਰ। ਅਗਰ ਸਾਡੀ ਆਰਥਿਕਤਾ ਨਹੀਂ ਬਚੀ, ਆਰਥਿਕਤਾ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਤਾਂ ਪੰਜਾਬ ਦਾ ਹਰ ਵਰਗ, ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਦੁਕਾਨਦਾਰ ਹੈ, ਛੋਟਾ ਵਪਾਰੀ ਆ, ਆੜਤੀ ਹੈ, ਆੜਤੀ ਦੇ ਕੰਮ ਕਰਨ ਵਾਲੀ ਲੇਬਰ ਹੈ, ਉਹ ਸਾਰੀ ਤਬਾਹੀ ਦੇ ਕੰਢੇ ਤੇ ਪਹੁੰਚ ਜਾਵੇਗੀ। ਗੁਰਮੇਲ ਸਿੰਘ ਬਾੜਾ ਜੀ, ਜਿਵੇਂ ਜਸਨਾ ਜੀ ਨੇ ਦੱਸਿਆ ਕਿ ਕਿਸਾਨੀ ਦੇ ਨਾਲ ਨਾਲ ਹਰ ਵਰਗ ਪ੍ਰਭਾਵਿਤ ਹੋਵੇਗਾ, ਤੁਸੀਂ ਕੀ ਸਮਝਦੇ ਹੋ ਕਿ ਕਿਸਾਨ ਦੇ ਉੱਤੇ ਆਪਾਂ ਫੌਰੀ ਤੌਰ ਤੇ ਉੱਪਰ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਜਿਹੜੇ ਪੈਣ ਵਾਲੇ ਪ੍ਰਭਾਵ ਨੇ, ਉਹ ਜੇ ਆਪਾਂ 3 ਪ੍ਰਭਾਵ ਗਿਣੀਏ ਤਾਂ ਕਿਹੜੇ ਪ੍ਰਭਾਵ ਹੋ ਸਕਦੇ ਨੇ ਜਿਸ ਦਾ ਖਦਸ਼ਾ ਕਿਸਾਨਾਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ? ਜਿਹੜੇ ਪ੍ਰਭਾਵ ਦੀ ਗੱਲ ਹੈ ਉਹ ਸਾਡੇ ਸਾਹਮਣੇ ਸਾਨੂੰ ਦਿਖਦਾ ਹੈ, ਜਿਵੇਂ ਕਿ ਸੈਂਟਰ ਸਰਕਾਰ, ਉਹਦੇ ਗਾਹਾਂ ਕਾਰਕੁਨ, ਮੰਤਰੀ ਸਾਰੇ ਹੀ ਵਾਰ-ਵਾਰ ਇਹ ਰੌਲਾ ਪਾ ਰਹੇ ਹੈ ਵੀ ਇਹ ਜਿਹੜੇ ਕਾਨੂੰਨ ਬਣਾਏ ਹੈ ਜੀ ਕਿਸਾਨ ਦੇ ਬਹੁਤ ਭਲੇ ਖਾਤਰ ਹੈ, ਕਿਸਾਨ ਦੇ ਫਾਇਦੇ ਲਈ ਹੈ। ਜਿਹੜਾ ਕਿਸਾਨੀ ਦਾ ਫਾਇਦਾ ਹੋਣਾ ਹੈ ਉਹ ਤਾਂ ਹੁਣੇ ਸਾਹਮਣੇ ਆ ਗਿਆ। ਅੱਜ ਤੁਹਾਡੇ ਸਾਹਮਣੇ ਅੰਕੜੇ ਆ ਗਏ ਹੈ ਕਿੰਨੇ ਹਜ਼ਾਰ ਟਨ ਬਾਹਰ ਤੋਂ ਆ ਕੇ ਝੋਨਾ ਪੰਜਾਬ 'ਚ ਵਿਕਿਆ। ਉਹ ਕਿਉਂ ਵਿਕਿਆ ਹੈ ਕਿ ਜਿਹੜਾ ਪਹਿਲਾਂ ਚੱਲਦੀ ਹੈ ਮਾਰਕੀਟ ਕਮੇਟੀਆਂ ਦੇ ਥਰੂ ਖਰੀਦ ਹੋ ਰਿਹਾ, MSSP ਦੇ ਖਰੀਦ ਹੋ ਰਿਹਾ, ਉਹਦੇ ਕਰਕੇ ਯੂਪੀ ਬਿਹਾਰ ਦਾ ਝੋਨਾ ਇੱਧਰ ਆਇਆ। ਹੁਣ ਜਿਹੜੇ ਕਾਲੇ ਕਾਨੂੰਨਾਂ ਦਾ ਪ੍ਰਭਾਵ ਪੈਣਾ ਹੈ, ਜਿਹੜਾ ਵਿੱਚ ਸਾਰੇ ਸਾਹਮਣੇ ਆਉਂਦਾ ਹੈ,
ਉਹ ਸਾਰੇ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੇ ਵੀ ਇਹ ਲੜਾਈ ਤਾਂ ਹੀ ਸ਼ੁਰੂ ਕਰੀ ਹੈ, ਜਿਹੜਾ 186-87 ਰੁਪਇਆ ਜਿਹੜਾ ਹੁਣ ਇਹਨਾਂ ਨੇ ਖਰੀਦ ਖੁੱਲੀ ਕਰੀ ਹੈ, ਜਿਹੜਾ ਖਰੀਦਦਾਰ ਜਾਂ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਪਹਿਲਾਂ ਹੀ ਛੋਟ ਦੇ ਦਿੱਤੀ ਹੈ ਵੀ ਜਿਹੜਾ ਇਹ ਟੈਕਸ ਲੱਗਦਾ ਸੀ ਇਹ ਨਹੀਂ ਦੇਣਗੇ, ਲਾਇਸੈਂਸ ਦੀ ਇਹਨਾਂ ਨੂੰ ਛੋਟ ਹੈ। ਔਰ ਜਦੋਂ ਇਹਨਾਂ ਨੇ, ਕਿਉਂਕਿ ਆਮ ਵੀ ਆਪਾਂ ਦੇਖਦੇ ਹਾਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਇਹ ਜਿਹੜੀ ਬਰਾਬਰ ਧਿਰ ਹੈਗੀ ਹੈ ਉਹਨੂੰ ਮਾਰ ਕੇ ਫਿਰ ਆਪਣਾ ਜਿਹੜਾ ਬਿਜ਼ਨਸ ਹੈ ਅੱਗੇ ਤੋਰਦੇ ਆ। ਇਸੇ ਲਈ ਜਿਹੜਾ ਪਹਿਲਾਂ ਇੱਥੇ ਚੱਲਦਾ ਹੈਗਾ, ਮੰਡੀਆਂ ਦਾ ਸਿਸਟਮ ਚੱਲਦਾ ਹੈ, ਉਹਨੂੰ ਇਹਨਾਂ ਨੇ ਕਿਸਾਨ ਨੂੰ 1 ਜਾਂ 2 ਸਾਲ ਵੱਧ ਰੇਟ ਦੇ ਕੇ ਆਪਣੇ ਵੱਲ ਲਿਆਉਣਾ ਹੈਗਾ। ਉਹ ਸਿਸਟਮ ਫੇਲ ਹੋ ਜਾਣਾ। ਜਦੋਂ ਮੰਡੀ ਸਿਸਟਮ ਫੇਲ ਹੋ ਗਿਆ, ਜਿਹੜਾ ਕਿ ਇੱਕ ਸਟੇਟ ਦੇ ਅੰਡਰ ਚੱਲਦਾ ਹੈਗਾ, ਫਿਰ ਇਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਹੈ। ਜਿਹੜਾ ਯੂਪੀ ਬਿਹਾਰ ਦਾ ਹਾਲ ਹੈ, ਉੱਧਰਲੇ 5-5 7-7 ਕਿੱਲਿਆਂ ਦੇ ਮਾਲਕ ਇੱਧਰ ਆ ਕੇ ਪੰਜਾਬ 'ਚ ਲੇਬਰ ਕਰਦੇ ਆ, ਪੰਜਾਬ 'ਚ ਝੋਨਾ ਵੱਢਦੇ ਆ, ਪੰਜਾਬ 'ਚ ਕਣਕ ਵੱਢਦੇ ਆ। ਇਹੀ ਹਾਲ ਇੱਥੇ ਫਿਰ ਬਾਕੀ ਕਿਸਾਨਾਂ ਦਾ ਹੋ ਜਾਣਾ। ਇਹ ਸਭ ਤੋਂ ਵੱਡਾ ਕਿਸਾਨਾਂ ਨੂੰ ਫਿਕਰ ਹੈ। ਕਿਸਾਨ ਇਸ ਗੱਲੋਂ ਬੜਾ ਦੁਬਧਾਚਾਰ ਫਿਕਰਮੰਦ ਹੈ ਵੀ ਜਿਹੜਾ ਸਾਡਾ ਮਾੜਾ ਮੋਟਾ ਰੋਟੀ ਪਾਣੀ ਦਾ ਕੰਮ ਚੱਲਦਾ ਸੀ ਉਹ ਸਾਡਾ ਖਤਰੇ 'ਚ ਪੈ ਗਿਆ। ਔਰ ਇਹਦੇ ਨਾਲ ਅਸੀਂ ਦੇਖੀਏ ਪਹਿਲਾਂ ਤੋਂ ਹੀ ਕਿਸਾਨਾਂ ਦਾ ਜਿਹੜਾ ਕੰਮਕਾਰ ਹੈ, ਭਾਵੇਂ ਮਜ਼ਦੂਰ ਵੀ ਉਹਦੇ ਨਾਲ ਰਿਲੇਟਡ ਹੈ, ਸਾਰੇ ਹੀ ਹੈ, ਚੱਲ ਰਿਹਾ ਤਾਂ ਪਹਿਲਾਂ ਹੀ ਘਾਟੇ 'ਚ ਹੈ ਉਹ। ਅਗਰ ਅਸੀਂ ਦੇਖੀਏ, ਜਦ ਅਸੀਂ ਵੀ ਪਹਿਲੀ ਵਾਰ ਸਨ 67 ਵਿੱਚ ਇਹਨਾਂ ਨੇ 76 ਰੁਪਏ ਕਣਕ ਦਾ ਰੇਟ ਬੰਨਿਆ, 15 ਰੁਪਏ ਘੱਟ ਝੋਨੇ ਦਾ ਬੰਨਿਆ। ਔਰ ਉਦੋਂ ਵੀ ਥੋੜ੍ਹਾ ਜਿਹਾ ਕਿਸਾਨ ਨੂੰ ਰਾਹਤ ਮਿਲੀ। ਔਰ ਕਿਸਾਨ ਦੀ ਜਿਹੜੀ ਚਲੋ ਲੇਬਰ ਪੈਂਦੀ ਸੀ, ਵੱਢ ਵਢਈਆ ਪੈਂਦਾ ਤਾਂ ਉਹ ਕਣਕ ਦੇ ਉੱਪਰ ਪੈਂਦਾ ਤਾ। ਆਮ ਰੇਟ ਸੀਗਾ ਲੇਬਰ ਨੂੰ, ਜਿਹੜਾ ਕੁਆਂਟਲ ਕਣਕ ਪਿੱਛੇ ਕਣਕ ਦੀ ਵਢਾਈ ਕਰੀ ਜਾਂਦੀ ਸੀ। ਔਰ ਜਿਹੜਾ ਹੁਣ ਕਣਕ ਵੱਢਦਾ ਕਟਾਈ ਕਰਦਾ, ਚਲੋ ਹੁਣ ਤਾਂ ਮਸ਼ੀਨੀਆਂ ਦਾ ਜ਼ਿਆਦਾ ਆ ਗਿਆ, ਮਸ਼ੀਨਰੀ ਕੰਬਾਈਨਾਂ ਨਾਲ ਵੱਢ ਹੋਣ ਲੱਗ ਗਈ। ਪਰ ਜੇ ਇਹਦਾ ਲੇਖਾ ਜੋਖਾ ਕਰੀਏ ਅਸੀਂ, ਕਣਕ ਤਾਂ ਉਹੀ ਹੈ, ਪਰ ਅੱਜ 2 ਕੁਇੰਟਲ ਕਣਕ ਦੇ ਕੇ ਉਹ ਵਢਾਈ ਜੇ ਅਸੀਂ ਲੇਬਰ 'ਤੇ ਕਰਾਉਣੀ ਹੈ, ਉਹ ਲੋਕ ਕਰਾਉਂਦੇ ਹੈਗੇ ਆ। ਲੇਬਰ ਕਹਿੰਦੀ ਹੈ ਵੀ ਮੈਨੂੰ ਅੱਜ ਦੇ ਮੁਤਾਬਕ ਮੇਰੀ ਦਿਹਾੜੀ ਨਹੀਂ ਪੈਂਦੀ ਹੈਗੀ। ਇਹਦਾ ਮਤਲਬ ਇੱਕ ਜਿਹੜੀਆਂ ਸਰਕਾਰਾਂ ਹੈ ਉਹਨਾਂ ਨੇ ਨਾ ਮਜ਼ਦੂਰ ਬਾਰੇ ਸੋਚਿਆ, ਨਾ ਕਿਸਾਨਾਂ ਬਾਰੇ ਸੋਚਿਆ ਹੈਗਾ। ਇਹਨਾਂ ਨੇ ਜਿਹੜੀਆਂ ਪਹਿਲਾਂ ਵੀ ਸਰਕਾਰਾਂ ਰਹੀਆਂ, ਇੱਕ ਮੈਥੜੇ ਬਣਾ ਲਿਆ ਵੀ ਸਾਲ ਬਾਅਦ 5 ਰੁਪਏ ਵਧਾ ਦਿਓ, 2 ਰੁਪਏ ਵਧਾ ਦਿਓ, 10 ਰੁਪਏ ਵਧਾ ਦਿਓ। ਪਰ ਜਿਹੜਾ ਮਹਿੰਗਾਈ ਦਾ ਲੈਵਲ ਤੇ, ਕੀਮਤ ਸੂਚਕਾਂਕ ਤੇ, ਉਹਦੇ ਬਾਰੇ ਕੋਈ ਵਿਚਾਰ ਨਹੀਂ ਕਰੀ ਹੈਗੀ ਹੈ। ਇਸ ਲਈ ਕਿਸਾਨ ਦਬਦਾ ਆਈ ਗਿਆ। ਉਹਦੇ ਵਾਸਤੇ ਕਰਜ਼ਾ ਤਾਂ ਖੋਲ੍ਹੀ ਗਏ ਹੈ, ਪਰ ਉਹਦੀ ਜਿਹੜੀ ਆਮਦਨ ਹੈ ਉਹ ਨਹੀਂ ਦੇਖੀ ਗਈ ਹੈਗੀ ਹੈ ਵੀ ਆਮਦਨ ਕਰੀ ਜਾਵੇ। ਕੀ ਕੁਝ ਚਾਹੀਦਾ, ਕਿਵੇਂ ਰੇਟ ਦਿੱਤੇ ਜਾਣ। ਤੁਹਾਡਾ ਕਹਿਣ ਦਾ ਮਤਲਬ ਕਿ ਕਿਸਾਨਾਂ ਦੇ ਵਿੱਚ ਜਿਹੜੀ ਚਿੰਤਾ ਆਪਣੇ ਭਵਿੱਖ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ, ਕਿਆ ਇਹ ਖੇਤੀ ਕਾਨੂੰਨਾਂ ਦੇ ਨਾਲ ਉਹ ਜਿਹੜੀ ਚਿੰਤਾ ਹੈ ਉਹਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਤੁਹਾਨੂੰ, ਜਾਂ ਤੁਸੀਂ ਆਸਵੰਦ ਮਹਿਸੂਸ ਕਰ ਰਹੇ ਹੋ? ਜਿਹੜਾ ਪਹਿਲਾਂ ਮੈਂ ਦੱਸ ਰਿਹਾ ਵੀ ਜਦ ਹੀ ਅਸੀਂ ਵੀ ਸਨ 80 ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਕਿਸਾਨ ਜਥੇਬੰਦੀਆਂ 'ਚ, ਉਦੋਂ ਤਾਂ ਕਿਸਾਨਾਂ ਨੂੰ ਇਹ ਤਾਂ ਵੀ ਸਾਡੀ ਜਿਹੜੀ ਮਿਹਨਤ ਦਾ ਮੁੱਲ ਹੈ ਉਹ ਘੱਟ ਮਿਲ ਰਿਹਾ, ਵੀ ਪੂਰਾ ਨਹੀਂ ਮਿਲ ਰਿਹਾ। ਪਰ ਜਿਹੜੇ ਹੁਣ ਇਹ ਕਾਨੂੰਨ ਆਏ ਆ, ਇਹਨਾਂ 'ਚ ਤਾਂ ਕਿਸਾਨਾਂ ਨੂੰ ਇਹ ਦੇਖਣ ਲੱਗ ਪਿਆ ਵੀ ਆਉਣ ਵਾਲਾ ਭਵਿੱਖ ਹੀ ਸਾਡਾ ਖਤਮ ਹੈ। ਉਹਦੇ ਵਿੱਚ ਇਹ ਨਹੀਂ ਹੈਗਾ ਵੀ ਸਾਨੂੰ ਕੁਛ ਇਹਦੇ ਵਿੱਚ ਫਿਕਰ ਇਹ ਹੈ ਵੀ ਸਾਡਾ ਘਟ ਜਾਊਗਾ। ਇਹਦੇ 'ਚ ਤਾਂ ਇਹ ਆ ਰਿਹਾ ਵੀ ਸਾਡੀ ਆਉਣ ਵਾਲੀ ਜਿਹੜਾ ਖੇਤੀਬਾੜੀ ਦਾ ਧੰਦਾ ਇਹ ਖਤਮ ਹੋ ਜਾਊਗਾ, ਸਾਡੇ ਹੱਥਾਂ 'ਚੋਂ ਨਿਕਲ ਜਾਊਗਾ। ਇਹਦੇ ਲਈ ਸਾਰੇ ਕਿਸਾਨ ਇਹ ਜ਼ਿਆਦਾ ਫਿਕਰਮੰਦ ਨੇ। ਇਸੇ ਲਈ ਇਹ ਸਾਰਾ ਸੰਘਰਸ਼ ਹੈ ਜਿਹੜਾ ਇਹ ਆਰ ਪਾਰ ਦੀ ਲੜਾਈ ਕਿਸਾਨ ਲੜ ਰਹੇ ਹੈ। ਆਉਣ ਵਾਲਾ ਭਵਿੱਖ ਇੱਥੇ ਹੀ ਖੜਦਾ ਵੀ ਜਦੋਂ ਕੋਈ ਹੋਰ ਰੁਜ਼ਗਾਰ ਹੀ ਨਹੀਂ ਹੈਗਾ, ਬੰਦਾ ਬੇਬਸ ਹੋ ਕੇ ਕਰੂਗੀ ਕੀ? ਜਿਵੇਂ ਅੱਜ ਵੀ ਕਿਸਾਨ ਖੁਦਕਸ਼ੀਆਂ ਕਰ ਰਿਹਾ, ਔਰ ਇਸ ਤੋਂ ਅੱਗੇ ਤਾਂ ਹੋਰ ਬਹੁਤ ਡਰ ਹੈਗਾ। ਆਪਣੇ ਭਵਿੱਖ ਦੀ ਹੋਂਦ, ਤੁਹਾਨੂੰ ਹੋਂਦ ਦਾ ਖਤਰਾ ਲੱਗ ਰਿਹਾ, ਕਿਸਾਨੀ ਦੀ ਹੋਂਦ ਦਾ ਖਤਰਾ। ਮਾਸਟਰ ਦਲੀਪ ਸਿੰਘ ਘਨੌਲਾ ਕੁੱਲ ਹਿੰਦ ਕਿਸਾਨ ਸਭਾ ਯੂਨੀਅਨ ਦੇ ਨੁਮਾਇੰਦੇ ਨੇ। ਮਾਸਟਰ ਜੀ, ਜਿਵੇਂ ਬਾੜਾ ਸਾਹਿਬ ਨੇ ਕਿਹਾ ਜਾਂ ਜੱਟਾ ਸਾਹਿਬ ਨੇ ਕਿਹਾ, ਮੌਜੂਦਾ ਸਥਿਤੀ, ਮੌਜੂਦਾ ਹਾਲਾਤ ਕਿਵੇਂ ਦੇ ਬਣ ਚੁੱਕੇ ਹੈ। ਤੁਹਾਡੀ ਜਿਹੜੀ ਜਥੇਬੰਦੀ ਹੈ ਕੁੱਲ ਹਿੰਦ ਕਿਸਾਨ ਜਥੇਬੰਦੀ ਹੈ ਜਿਹੜੀ, ਤੁਸੀਂ ਪੂਰੇ ਭਾਰਤ ਲੈਵਲ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇਸ ਨੂੰ, ਨਵੇਂ ਖੇਤੀ ਕਾਨੂੰਨਾਂ ਦਾ ਜੋ ਅਸਰ ਹੈ ਪੰਜਾਬ ਦੇ ਉੱਪਰ ਕਿਸ ਤਰ੍ਹਾਂ ਦਾ ਪਏਗਾ? ਤੇ ਆਪਾਂ ਪੰਜਾਬ ਦੇ ਬਾਅਦ ਉੱਤਰੀ ਭਾਰਤ ਦੀ ਗੱਲ ਕਰੀਏ, ਆਪਾਂ ਦੇਸ਼ ਪੱਧਰ ਦੀ ਗੱਲ ਕਰੀਏ ਤਾਂ ਹੋਰਨੇ ਸੂਬਿਆਂ ਦੇ ਉੱਪਰ ਪੈਣ ਵਾਲਾ ਅਸਰ ਕਿਆ ਪੰਜਾਬ ਤੋਂ ਵੱਖਰਾ ਹੋ ਸਕਦਾ, ਜਾਂ ਪੰਜਾਬ ਦੀ ਸਥਿਤੀ ਬਾਕੀ ਸੂਬਿਆਂ ਦੇ ਵਿੱਚ ਵੀ ਬਣ ਸਕਦੀ ਹੈ?
ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਬਹੁਤ ਜਾਗਰਤ ਹੈ ਔਰ ਬਾਕੀਆਂ ਦੇ ਮੁਕਾਬਲੇ 'ਚ ਉਹ ਸੰਘਰਸ਼ੀਲ ਵੀ ਹੈ। ਜਿਹੜੀ ਸਾਡੀ ਲਾਗ ਲੱਗੀ ਹੋਈ ਹੈ ਹਰਿਆਣੇ ਨੂੰ ਲੱਗੀ ਹੋਈ ਹੈ। ਅੱਜ ਪੰਜਾਬ ਦੇ ਕਿਸਾਨਾਂ ਨੇ MSP ਜਿਹੜੀ ਹੈ ਤਾਂ ਸਾਰੇ ਹਿੰਦੁਸਤਾਨ 'ਚ ਲਾਗੂ 27-28 ਫਸਲਾਂ ਤੇ, ਪਰ ਸਿਰਫ 2 ਫਸਲਾਂ ਤੇ ਪੰਜਾਬ ਔਰ ਹਰਿਆਣਾ ਕਾਮਯਾਬ ਆ, ਇੱਕ ਧਾਨ ਔਰ ਇੱਕ ਕਣਕ। ਇਹਦੀ ਖਰੀਦ ਇੱਥੇ ਹੋ ਰਹੀ ਆ ਇਹਦੇ ਜ਼ੋਰ ਨਾਲ। ਅੱਜ ਸਾਡਾ ਧਾਨ 1880 ਜਾ ਰਿਹਾ। ਇਹਨਾਂ ਹਾਲਾਤਾਂ 'ਚ ਸਾਡਾ ਪੰਜਾਬ ਦਾ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਿਹਾ ਔਰ ਸਾਡੀ ਜਿਹੜੀ ਆਮਦਨ ਹੈ ਉਹ ਜੇ 50 ਰੁਪਏ ਵੱਧਦੇ ਆ, ਇਹਦਾ ਮਤਲਬ 2% ਸਾਡੀ ਆਮਦਨ ਵੱਧਦੀ ਆ ਸਰਕਾਰ ਵੱਲੋਂ। ਉਹਦੇ ਮੁਕਾਬਲੇ ਸਾਡਾ ਜਿਹੜਾ ਖਰਚਾ ਹੈ ਉਹ ਜਦੇ ਹੀ 5% ਹੋ ਜਾਂਦਾ। ਜਿੱਦਾਂ ਲੇਬਰ ਦਾ ਖਰਚਾ ਪਿਛਲੇ ਸਾਲ ਨਾਲੋਂ ਸਾਡਾ ਖਰਚਾ 5% ਵੱਧ ਗਿਆ ਔਰ ਜਿੱਦਾਂ ਇਹ ਸਾਡਾ ਖਰਚਾ ਇਹਦਾ ਡੀਜ਼ਲ ਦਾ ਪੈਟਰੋਲ ਦਾ ਡੀਜ਼ਲ ਦਾ ਖਰਚਾ ਉਹ ਸਾਡਾ 10-12% ਵੱਧ ਗਿਆ ਅਗਲੇ ਸਾਲ ਨਾਲ, ਪਿਛਲੇ ਸਾਲ ਨਾਲੋਂ। ਤਾਂ ਇਹ ਸੁਭਾਵਿਕ ਆ ਵੀ ਸਾਨੂੰ ਜੇ 1888 'ਚ ਅਸੀਂ ਖੁਦਕੁਸ਼ੀਆਂ ਕਰ ਰਹੇ ਪਰ ਮਜਬੂਰ ਹੈ, ਤਾਂ ਜਦ ਸਾਡਾ ਖਰਚਾ ਜਿਹੜਾ 5-7% ਵਧੂਗਾ, 5% ਆਮਦਨ ਸਾਡੀ 2% ਵਧੂਗੀ, ਤਾਂ ਕੁਦਰਤੀ ਆ ਵੀ ਅਸੀਂ ਹੋਰ ਲਾਸ ਵਿੱਚ ਜਾਵਾਂਗੇ। ਪੰਜਾਬ 'ਚ ਖੁਦਕੁਸ਼ੀਆਂ ਆਉਣਗੀਆਂ। ਬਾਕੀ ਸਟੇਟਾਂ ਥੋੜ੍ਹਾ ਜਿਹਾ ਕਿਉਂਕਿ ਉਹ ਅਜੇ ਕਾਫੀ ਪਿੱਛੇ ਹੈ, ਜਾਗਰਤ ਵੀ ਨਹੀਂ ਹੈ, ਨਾ ਉਹ ਇੰਨੀ ਸੰਘਰਸ਼ ਕਰਦੀ ਆ, ਉਹਨਾਂ ਨੂੰ ਬਹੁਤਾ ਇੰਨਾ ਫਰਕ ਨਹੀਂ ਪੈਣਾ ਜਿਹਨੂੰ ਸਾਨੂੰ ਪੈਣਾ। ਮਾਸਟਰ ਜੀ, ਅਸੀਂ ਇਸ ਗੱਲਬਾਤ ਦੇ ਦੌਰ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਧੀਆ ਇੱਟਾਂ ਲਈ ਸੰਪਰਕ ਕਰੋ AS ਭੱਠਾ, ਰੰਗੀਲਪੁਰ ਰੋਡ, ਭੱਦਲ। ਘਰ ਪਹੁੰਚਾਉਣ ਦੀ ਪੂਰੀ ਜ਼ਿੰਮੇਵਾਰੀ। ਇੱਟਾਂ ਮੰਗਵਾਉਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰੋ 92 165 27 849 98 776 20 476। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਰੋਪੜ TV1 ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅਸੀਂ ਗੱਲ ਕਰ ਰਹੇ ਹਾਂ ਭਖ ਦੇ ਮਸਲੇ ਦੇ ਉੱਤੇ, ਨਵੇਂ ਖੇਤੀ ਕਾਨੂੰਨਾਂ ਦੇ ਉੱਤੇ। ਲੰਬੇ ਸਮੇਂ ਤੋਂ ਜਦੋਂ ਤੋਂ ਇਹ ਨਵੇਂ ਖੇਤੀ ਕਾਨੂੰਨ ਹੋਂਦ ਵਿੱਚ ਆਏ ਹਨ, ਲਗਭਗ 50 ਦਿਨ ਹੋ ਚੁੱਕੇ ਨੇ। ਰੂਪਨਗਰ ਜ਼ਿਲ੍ਹੇ ਦੇ ਵਿੱਚ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ, 7 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਸੰਘਰਸ਼ ਦੇ ਸ਼ੁਰੂਆਤ ਦੇ ਵਿੱਚ ਜਿੱਥੇ ਵੱਖ-ਵੱਖ ਉਦਯੋਗਿਕ ਘਰਾਣਿਆਂ ਦੇ ਮੌਲ ਦਾ ਘਿਰਾਓ ਕੀਤਾ ਗਿਆ, ਉੱਥੇ ਹੀ ਰੇਲ ਦੀ ਪਟੜੀ ਦੇ ਉੱਤੇ ਰੇਲ ਰੋਕੋ ਅੰਦੋਲਨ ਚੱਲਦਾ ਪਿਆ ਸੀ। ਉਸ ਤੋਂ ਬਾਅਦ ਕਿਸਾਨ ਰੇਲ ਦੇ ਪਲੇਟਫਾਰਮ ਤੇ ਪਹੁੰਚ ਗਏ ਤੇ ਉਸ ਤੋਂ ਬਾਅਦ ਲਗਾਤਾਰ ਹੁਣ ਕਿਸਾਨ ਰੇਲਵੇ ਸਟੇਸ਼ਨ ਦੇ ਪਾਰਕ ਦੇ ਵਿੱਚ ਧਰਨਾ ਦੇ ਰਹੇ ਨੇ, ਮੁਜ਼ਾਹਰਾ ਕਰ ਰਹੇ ਨੇ। ਗੁਰਨਾਮ ਸਿੰਘ ਜਸੜਾ ਜੀ ਨਾਲ ਗੱਲਬਾਤ ਸ਼ੁਰੂ ਕਰਾਂਗੇ। ਜਸੜਾ ਜੀ, ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਕਿਸਾਨਾਂ ਦਾ ਭਲਾ ਕੀਤਾ ਜਾ ਰਿਹਾ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਊਗਾ। ਵੱਖ-ਵੱਖ ਕਿਸਾਨਾਂ ਨੂੰ ਖੇਤੀ ਸੰਦ ਮੁਹੱਈਆ ਕਰਵਾਏ ਜਾਂਦੇ ਨੇ ਤੇ ਕਿਸਾਨਾਂ ਦੇ ਫਾਇਦੇ ਦੀ ਗੱਲ ਕਹੀ ਜਾਂਦੀ ਹੈ। ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਨਵਾਂ ਖੇਤੀ ਕਾਨੂੰਨ, ਹੁਣ ਵੀ ਸਰਕਾਰ ਇਹੀ ਕਹਿ ਰਹੀ ਕਿ ਨਵਾਂ ਖੇਤੀ ਕਾਨੂੰਨ ਹੈ ਉਹ ਕਿਸਾਨਾਂ ਦੇ ਫਾਇਦੇ ਲਈ ਸਾਬਤ ਹੋਏਗਾ। ਕੇਂਦਰ ਦੀ ਕੀ ਮਨਸ਼ਾ ਤੁਸੀਂ ਸਮਝਦੇ ਹੋ? ਤੁਸੀਂ ਕਿਉਂ ਕਹਿ ਰਹੇ ਹੋ ਕਿ ਖੇਤੀ ਕਾਨੂੰਨ, ਜੋ ਨਵੇਂ ਖੇਤੀ ਕਾਨੂੰਨ ਨੇ, ਉਹ ਤੁਹਾਡੇ ਲਈ ਫਾਇਦੇਮੰਦ ਨਹੀਂ? ਦੇਖੋ ਜੀ, ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈ, ਹਰ ਕਾਨੂੰਨ 'ਤੇ ਉਹ ਝੂਠ ਬੋਲੀ ਹੈ। GST ਲੈ ਲਓ, ਉੱਥੇ ਵੀ ਗਰੀਬ ਮਰੇ, ਲਾਈਨਾਂ 'ਚ ਲੱਗੇ, ਅਮੀਰਾਂ ਨੂੰ ਕੋਈ ਫਰਕ ਨਹੀਂ ਪਿਆ। ਜਦੋਂ ਨੋਟਬੰਦੀ ਕੀਤੀ, ਨੋਟਬੰਦੀ 'ਚ ਕਹਿੰਦੇ ਸੀ ਬਲੈਕ ਮਨੀ ਆਊਗੀ, ਬਲੈਕ ਮਨੀ ਵਾਈਟ ਕਰਤੀ ਰਾਤ ਨੂੰ 12 ਵਜੇ ਅਨਾਉਂਸ ਕਰਕੇ ਨਾ ਨੋਟਬੰਦੀ। ਫਿਰ 15 ਲੱਖ ਰੁਪਇਆ ਖਾਤਿਆਂ 'ਚ ਆਉਣਾ ਸੀ। 15 ਲੱਖ ਖਾਤੇ 'ਚ ਦਾ ਕੀ ਪਾਉਣਾ ਸੀ? ਉਲਟਾ 2-2 4-4 ਹਜ਼ਾਰ ਰੁਪਇਆ ਆਮ ਗਰੀਬ ਬੰਦੇ ਤੋਂ ਵਸੂਲ ਲਿਆ ਇਹਨਾਂ ਨੇ। ਖਾਤੇ ਖੁਲਵਾ ਕੇ ਇਹਨਾਂ ਨੇ ਪਹਿਲਾਂ ਕਹਿਤਾ ਵੀ ਮੁਫਤ ਖਾਤੇ ਖੁੱਲਣਗੇ, ਫਿਰ ਉਹਨਾਂ 'ਚ ਪੈਸੇ ਜਮ੍ਹਾਂ ਕਰਵਾ ਲਏ। ਉਸ ਤੋਂ ਬਾਅਦ ਜੀ 2 ਕਰੋੜ ਨੌਕਰੀਆਂ ਦੇਣੀਆਂ ਸੀ। ਚਲੋ ਜਸਟਾ ਜੀ, ਅੱਜ ਅਸੀਂ ਭਖ ਦੇ ਮਸਲੇ ਤੇ ਗੱਲ ਕਰ ਰਹੇ ਹਾਂ, ਜਿਹੜਾ ਉਹ ਮਸਲਾ ਹੈਗਾ ਖੇਤੀ ਨਾਲ ਸੰਬੰਧਿਤ ਨਵੇਂ ਕਾਨੂੰਨ ਨਾਲ। ਕਿਉਂਕਿ ਸਾਡੀ ਜੋ ਗੱਲਬਾਤ ਦਾ ਦੌਰ ਹੈ ਉਹ ਦਿਸ਼ਾ ਨਾ ਭਟਕ ਜਾਵੇ, ਆਪਾਂ ਇਸੇ ਮੁੱਦੇ ਦੇ ਉੱਪਰ ਫੋਕਸ ਕਰੀਏ। ਜੋ ਹੁਣ ਨਵਾਂ ਕਾਨੂੰਨ ਆਇਆ ਹੈ, ਉੱਥੇ ਮੈਂ ਆਉਣ ਲੱਗਿਆ ਸੀ ਕਿ ਜਿਹੜਾ ਇਹ ਨਵਾਂ ਕਾਨੂੰਨ ਹੈ, ਇਹ 'ਚ ਵੀ ਝੂਠ ਬੋਲਦੇ ਨੇ। ਇਹ ਕਾਨੂੰਨ ਪਹਿਲਾਂ ਹੀ ਲਾਗੂ ਆ ਬਿਹਾਰ, ਯੂਪੀ, ਰਾਜਸਥਾਨ। ਜਿਹੜਾ ਹੁਣ ਚਾਵਲ ਸਾਡਾ ਧਾਨ ਚੱਲਿਆ ਸੀ, ਹਜ਼ਾਰਾਂ ਕੁਇੰਟਲ ਚਾਵਲ ਇੱਥੇ ਆ ਕੇ ਵਿਕਿਆ, ਵਪਾਰੀ ਨੇ ਉੱਥੋਂ ਖਰੀਦਿਆ, MSC ਤੇ SSC ਤੇ ਇੱਥੇ ਵੇਚਿਆ ਕੇ। ਉਸ ਦਾ ਨੁਕਸਾਨ ਕਿਸਾਨ ਨੂੰ ਦੋਨੋਂ ਪਾਸਿਓਂ ਹੋਇਆ। ਇੱਕ ਤਾਂ ਜਿਹੜੀ ਇਹਦੀ ਐਵਰੇਜ ਸੀ ਕਿੱਲੇ ਦੀ, ਉਹ ਵਧਾਤੀ ਉਹਨਾਂ ਨੇ। ਕੇਂਦਰ ਸਰਕਾਰ ਨੂੰ ਹੋ ਜਾਂਦਾ ਕਿ ਬਹੁਤ ਨਿਕਲ ਰਹੇ ਜੀਰੀ ਪੰਜਾਬ 'ਚ ਪਰ ਏਕੜ, ਇਹਨਾਂ ਨੂੰ ਪ੍ਰੋਫਿਟ ਬਹੁਤ ਹੈ। ਦੂਜਾ, ਜਿਹੜੀ ਪੇਮੈਂਟ ਸਾਡੇ ਜੇਬਾਂ 'ਚ ਪੈਣੀ ਸੀ ਕਿਸਾਨਾਂ ਦਿਆਂ 'ਚ, ਉਹ ਉਲਟਾ ਵਪਾਰੀ ਲੈ ਗਿਆ ਜਿਹਨੇ ਬਾਹਰੋਂ ਚਾਵਲ ਖਰੀਦ ਕੇ ਇੱਧਰ ਵੇਚਿਆ ਕੇ। ਤੀਜਾ ਨੁਕਸਾਨ ਕਿਸਾਨ ਨੂੰ ਇਹ ਹੋਇਆ ਕਿ ਸਰਕਾਰ ਕੋਲ ਜੋ ਪੈਸਾ ਸੀ ਉਹ ਲੱਗ ਚੁੱਕਿਆ ਜੀਰੀ ਖਰੀਦਣ ਵਾਸਤੇ, ਸਾਡੀ ਜੀਰੀ ਖਰੀਦਣੀ ਬੰਦ ਕਰ ਦਿੱਤੀ ਸਰਕਾਰ ਨੇ। ਸੋ ਜੋ ਪਹਿਲਾਂ ਹਸ਼ਰ ਹੋਇਆ ਬਾਕੀ ਸੂਬਿਆਂ ਦਾ, ਉਹੀ ਹਸ਼ਰ ਸਾਡਾ ਇੱਥੇ ਪੰਜਾਬ ਦਾ ਹੋਣ ਵਾਲਾ। ਇਸ ਤੋਂ ਅੱਗੇ
10-10 ਕਿੱਲੇ 5-5 ਕਿੱਲਿਆਂ ਦੇ ਮਾਲਕ ਯੂਪੀ ਬਿਹਾਰੀ ਉਹ ਪੰਜਾਬ ਵਿੱਚ ਆ ਕੇ ਦਿਹਾੜੀਆਂ ਕਰਦੇ ਨੇ। ਉਹ ਸੋਚ ਰਹੇ ਨੇ, ਸਾਡੇ ਨਾਲ ਗੱਲਬਾਤ ਵਿੱਚ ਦੱਸ ਰਹੇ ਨੇ ਕਿ ਸਰਦਾਰ ਜੀ ਸਾਨੂੰ ਤਾਂ ਪੰਜਾਬ 'ਚੋਂ ਵਾਪਸ ਜਾਣਾ ਪੈਣਾ, ਕਿਉਂਕਿ ਜੋ ਹਾਲਾਤ ਸਾਡੇ ਨਾਲ ਉਹ ਪੰਜਾਬ ਦੇ ਹੋਣ ਵਾਲੇ ਨੇ। ਉਹ ਤਾਂ ਦਿਹਾੜੀ ਕਰਦੇ ਨੇ ਸਾਡੇ ਕੋਲ ਆ ਕੇ, ਅਸੀਂ ਦਿਹਾੜੀ ਕਿੱਥੇ ਕਰਾਂਗੇ ਜਾ ਕੇ, ਨਾ ਸਾਤੋਂ ਦਿਹਾੜੀਆਂ ਹੋਣੀਆਂ। ਤੀਜੀ ਗੱਲ, ਅਸੀਂ ਪਹਿਲਾਂ ਲੜਾਈ ਕਰੀ ਕੀਮਤ ਸੂਚਕ ਦੀ, ਫਿਰ ਸ਼ੁਰੂ ਕੀਤੀ ਲੜਾਈ ਅਸੀਂ MSP ਦੀ, ਜਿਹਦੇ ਬਾਰੇ ਕੇਂਦਰ ਸਰਕਾਰ ਨੇ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਹੀਂ ਵਧਾ ਸਕਦੇ MSP, ਜਦੋਂ ਕਿ ਉਹ ਚੋਣ ਦੇ ਮੌਕੇ ਚੋਣ ਵਾਅਦਾ ਕੀਤਾ ਸੀ ਉਹਨਾਂ ਨੇ। ਸੋ ਜਿਹੜੇ ਇਹ ਕਾਲੇ ਕਾਨੂੰਨ ਹੈ, ਇਹ ਕਿਸੇ ਤਰੀਕੇ ਨਾਲ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈਗੇ। ਇਹ ਕਿਸਾਨਾਂ ਨੂੰ ਬਰਬਾਦ ਕਰਨ ਵਾਸਤੇ, ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਸਤੇ ਇਹ ਕੇਂਦਰ ਸਰਕਾਰ ਲਿਆਈ ਹੈ, ਕਿਉਂਕਿ ਕੋਈ ਵੀ ਸਰਕਾਰ ਕੇਂਦਰ ਦੀ, ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸ ਹੈ, ਪੰਜਾਬ ਨੂੰ ਪ੍ਰਫੁੱਲਤ ਹੋਣਾ ਨਹੀਂ ਦੇਖਣਾ ਚਾਹੁੰਦੀ। ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੋ ਨਵੇਂ ਖੇਤੀ ਕਾਨੂੰਨ ਨੇ ਉਹ ਕਿਸਾਨ ਦੇ ਪੱਖੀ ਨੇ, ਕਿਸਾਨਾਂ ਨੂੰ ਇਸ ਦਾ ਫਾਇਦਾ ਹੋਏਗਾ। ਤੇ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਪੱਲੇ ਨਹੀਂ ਗੱਲ ਪੈ ਰਹੀ, ਕਿਸਾਨ ਇਸ ਗੱਲ ਨੂੰ ਸਮਝਣ ਦਾ ਯਤਨ ਕਰਨ, ਕਿਉਂਕਿ ਕਿਸਾਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਫਾਇਦੇ ਦਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ, ਕਿਸਾਨ ਵੀ ਵਿਰੋਧ ਕਰ ਰਹੇ ਨੇ। ਜੇ ਆਪਾਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਾਸੇ ਛੱਡ ਦਈਏ ਤੇ ਆਮ ਕਿਸਾਨ ਕੀ ਮਹਿਸੂਸ ਕਰ ਰਿਹਾ? ਬਾੜਾ ਜੀ, ਮੇਰਾ ਸਵਾਲ ਤੁਹਾਡੇ ਤੋਂ ਹੈ। ਦੇਖੋ, ਗੱਲ ਇਹ ਹੈ ਵੀ ਜਿਹੜਾ ਆਮ ਕਿਸਾਨ ਜੇ ਫਿਕਰਮੰਦ ਹੈ ਜਾਂ ਉਹਨੂੰ ਖਤਰਾ ਮਹਿਸੂਸ ਹੁੰਦਾ, ਇਹ 1.5 ਮਹੀਨਾ ਧਰਨੇ ਚਲਾਉਣੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਵੀ ਜਾ ਕੇ ਰੇਲ ਗੱਡੀਆਂ ਪਰ ਪੈਣਾ, ਪੱਥਾਂ ਪਰ ਪੈਣਾ, ਠੰਡ ਬਾਰਿਸ਼ ਝੱਲਣੀ। ਉਹ ਇਸੇ ਲਈ ਹੈ ਕਿ ਕਿਸਾਨ ਦਾ, ਹੁਣ ਤੁਸੀਂ ਕਈ ਵਾਰ TV ਜਾਂ ਹੋਰ ਚੈਨਲਾਂ 'ਤੇ ਵੀ ਅਸੀਂ ਦੇਖਿਆ, ਛੋਟੇ ਛੋਟੇ ਬੱਚੇ ਵੀ ਇਹ ਗੱਲ ਕਹਿਣ ਲਈ ਤਿਆਰ ਹੈ। ਔਰ ਜਿਹੜੀ ਸਮਝ ਦੀ ਗੱਲ ਹੈ ਵੀ ਕਿਸਾਨ ਦਾ, ਤੁਸੀਂ ਕਿਹਾ ਵੀ ਕੇਂਦਰ ਸਰਕਾਰ ਵਾਰ-ਵਾਰ ਰੌਲਾ ਪਾਉਂਦੀ ਹੈ ਵੀ ਕਿਸਾਨ ਦੇ ਸਮਝ ਨਹੀਂ ਆ ਰਿਹਾ। ਜਿਸ ਦਿਨ 13 ਤਰੀਕ ਨੂੰ ਮੀਟਿੰਗ ਹੋਈ ਹੈ, ਕਿਸਾਨ ਜਥੇਬੰਦੀਆਂ ਨੇ ਉਹਨਾਂ ਪੱਖ ਰੱਖਿਆ ਹੈਗਾ, ਉਹਨਾਂ ਨੇ ਖੇਤੀਬਾੜੀ ਮੰਤਰੀ ਜਾਂ ਰੇਲਵਾਰੀ ਮੰਤਰੀ ਨੇ ਇੱਕ ਵੀ ਜਵਾਬ ਨਹੀਂ ਦਿੱਤਾ ਹੈਗਾ ਵੀ ਆਹ ਗੱਲ ਠੀਕ ਹੈ, ਵੀ ਤੁਸੀਂ ਆਹ ਗੱਲ ਗਲਤ ਕਰ ਰਹੇ ਹੋ। ਜਿਵੇਂ ਉੱਥੇ ਪੱਖ ਰੱਖਿਆ ਵੀ ਤੁਸੀਂ, ਸੈਂਟਰ ਸਰਕਾਰ ਕਹਿੰਦੀ ਹੈ ਵੀ ਇੱਕ ਦੇਸ਼, ਅਸੀਂ ਇੱਕ ਮੰਡੀ ਸ਼ੁਰੂ ਕਰਤੀ, ਤੁਸੀਂ ਤਾਂ ਪਹਿਲਾਂ ਹੀ ਝੂਠ ਬੋਲਦੇ ਆ, ਕਿਉਂਕਿ ਇੱਕ ਮੰਡੀ ਸਿਸਟਮ ਜਿਹੜਾ ਚੱਲ ਰਿਹਾ ਉਹਨੂੰ ਤੁਸੀਂ ਕਹਿੰਦੇ ਅਸੀਂ ਛੇੜ ਨਹੀਂ ਰਹੇ ਹੈਗੇ, ਉਹ MSP ਤੁਹਾਡੀ ਚਾਲੂ ਰਹੂਗੀ। ਇਹ ਦੂਜਾ ਮੰਡੀ ਸਿਸਟਮ ਜਦ ਆ ਗਿਆ, ਮਤਲਬ ਪਹਿਲਾਂ ਹੀ 2 ਮੰਡੀ ਸਿਸਟਮ ਸ਼ੁਰੂ ਹੋ ਗਏ ਆ। ਪਹਿਲਾਂ ਤਾਂ ਤੁਸੀਂ ਇੱਥੇ ਦੇਖੋ ਵੀ ਕੇਂਦਰ ਸਰਕਾਰ ਦੀ ਜਿਹੜੀ ਬੇਈਮਾਨੀ ਰੱਖ ਲਓ, ਮਨ ਦੀ ਇੱਕ ਚਲਾਕੀ ਰੱਖ ਲਓ, ਉਹ ਸਾਹਮਣੇ ਆਉਂਦੀ ਹੈਗੀ। ਉਸ ਦੇ ਵਿੱਚ ਤਾਂ ਕੇਂਦਰ ਦੇ ਮੰਤਰੀ ਨੇ, ਕੇਂਦਰ ਜੋ ਬਾਰ-ਬਾਰ ਕਹਿ ਰਿਹਾ ਕਿ ਤੁਹਾਡੇ ਲਈ, ਕਿਸਾਨਾਂ ਦੇ ਲਈ ਇੱਕ ਆਪਸ਼ਨ ਦਿੱਤੀ ਜਾ ਰਹੀ ਹੈ ਕਿ ਸਰਕਾਰੀ ਮੰਡੀ ਵੀ ਬਰਕਰਾਰ ਰਹੇਗੀ, ਤੇ ਦੂਜੇ ਪਾਸੇ ਜੇ ਕਿਸਾਨ ਚਾਹੇ ਕਿ ਉਸਦੀ ਫਸਲ ਹੋਰ ਉਸਨੂੰ ਜ਼ਿਆਦਾ ਮੁੱਲ ਮਿਲ ਸਕਦਾ ਹੈ ਤਾਂ ਕਿਸਾਨ ਇੱਕ ਪ੍ਰਾਈਵੇਟ ਮੰਡੀ ਦੇ ਵਿੱਚ ਵੀ ਜਾ ਕੇ ਵੇਚ ਸਕਦਾ। 2 ਆਪਸ਼ਨਾਂ ਕਿਸਾਨਾਂ ਨੂੰ ਦਿੱਤੀ ਜਾ ਰਹੀਆਂ, ਤੇ ਕਿਸਾਨ ਦੀ ਚਿੰਤਾ ਇਹ 2 ਆਪਸ਼ਨਾਂ ਮਿਲਣ ਦੇ ਬਾਵਜੂਦ ਕਿਉਂ ਹੈਗੀ? ਦੇਖੋ, ਜਿਹੜੀ ਅਸਲੀਅਤ ਹੈ, ਜੇ ਤੁਸੀਂ ਇਹਨੂੰ ਅਸਲੀਅਤ ਜਾਣੋ, 91 ਤੋਂ ਪਹਿਲਾਂ ਜਿਹੜਾ WTO ਬਣਿਆ ਹੈ, ਵਰਲਡ ਦੀ ਵਪਾਰ ਸੰਸਥਾ ਬਣੀ ਹੈ, ਉਹਦੇ ਤਹਿਤ ਡੰਕਲ ਨੇ ਆਪਣੀਆਂ ਤਜਵੀਜ਼ਾਂ ਦਿੱਤੀਆਂ ਵੀ, ਇਹਨਾਂ ਨੂੰ ਮਜਬੂਰ ਕਰਿਆ ਹੋਇਆ। ਕੋਈ ਵੀ ਸਰਕਾਰ ਆਉਂਦੀ ਹੈ ਵੀ ਤੁਸੀਂ ਕਿਸਾਨਾਂ ਲਈ ਸਬਸਿਡੀ ਨਹੀਂ ਦੇ ਸਕਦੇ, ਕਿਸਾਨਾਂ ਨੂੰ ਤੁਸੀਂ ਸਰਕਾਰੀ ਰੇਟ ਦੇਣਾ ਬੰਦ ਕਰੋ। ਅਸਲ ਵਿੱਚ ਤਾਂ ਇਹੀ ਤਾਂ ਬਹਾਨਾ ਹੈਗਾ ਵੀ ਜਿਹੜੀ ਆਪਸ਼ਨ ਦਿੱਤੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਉਹਨਾਂ ਦਾ ਟੈਕਸ ਮਾਫ ਕਰਕੇ ਕਿਸਾਨ ਨੂੰ 150-200 ਰੁਪਈਆ ਫਾਲਤੂ ਦੇ ਕੇ ਆਪਣੇ ਵੱਲ ਖਿੱਚਿਆ ਜਾਊਗਾ। ਔਰ ਜਿਹੜਾ ਮੰਡੀ ਸਿਸਟਮ ਚੱਲਦਾ ਉਹਨੂੰ ਤਬਾਹ ਕਰਨ ਲਈ, ਉਹਨੂੰ ਖਤਮ ਕਰਨ ਲਈ ਇਹ ਸਾਰੀ ਜਿਹੜਾ ਕਾਨੂੰਨ ਲਿਆਂਦੇ ਗਏ ਹੈ, ਕਾਨੂੰਨ ਬਣਾਏ ਗਏ ਹੈ, ਇਸੇ ਕਰਕੇ ਬਣਾਏ ਗਏ ਹੈ ਵੀ ਕਿਸਾਨ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਹਨੂੰ ਵੱਧ ਰੇਟ ਦੇ ਕੇ ਇਹ ਮੰਡੀ ਸਿਸਟਮ ਖਤਮ ਕੀਤਾ ਜਾਵੇ। ਔਰ ਦੂਜੀ ਵਾਰ ਜੇ ਆਪਸ਼ਨ ਦੇਣੀ ਹੈ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਕਿਸਾਨ ਨੂੰ ਆਪਸ਼ਨ ਦੇਣੀ ਹੈ, ਉਸੇ ਮੰਡੀ 'ਚ ਦੇ ਦੇਵਾਂ, ਉਸੇ ਮੰਡੀ ਵਿੱਚ ਉਹਨੂੰ, ਨਾਲੇ ਦਾ ਜਿਹੜਾ ਸੂਬੇ ਦਾ ਡਿਵੈਲਪਮੈਂਟ ਫੰਡ ਹੈ, ਰੂਰਲ ਏਰੀਆ ਦਾ ਡਿਵੈਲਪਮੈਂਟ ਫੰਡ ਹੈ, ਉਹ ਟੁੱਟਦਾ ਨਾ, ਉੱਥੇ ਉਹਨੂੰ ਛੋੜ ਦੇ ਦਿੰਦੇ ਵੀ ਭਾਈ ਤੂੰ ਜੇ ਪ੍ਰਾਈਵੇਟ ਖਰੀਦ ਕਰਨੀ ਹੈ, ਵੱਧ ਤੋਂ ਵੱਧ ਉਹਦਾ ਕੋਟਾ ਵਧਾ ਦਿੰਦੇ। ਅੰਦੋਲਨ ਕਿਸਾਨਾਂ ਦਾ ਪਹੁੰਚ ਚੁੱਕਾ ਹੈ, ਇੱਕ ਬੜਾ ਗੰਭੀਰ ਮਸਲਾ ਬਣਿਆ ਹੋਇਆ ਹੈ, ਕਿਉਂਕਿ ਕੇਂਦਰ ਵੀ ਕਹਿ ਰਹੀ ਸੀ ਲਗਾਤਾਰ ਕਿ ਗੱਲਬਾਤ ਅਸੀਂ ਵੀ ਕਰਾਂਗੇ, ਕਿਸਾਨਾਂ ਦੀ ਗੱਲਬਾਤ ਵੀ ਹੋਈ, ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਮਾਸਟਰ ਦਲੀਪ ਸਿੰਘ ਜੀ, ਕਿਆ ਤੁਸੀਂ ਮਹਿਸੂਸ ਕਰਦੇ ਹੋ ਕਿ ਜੋ ਪਹਿਲਾਂ ਅੰਦੋਲਨ ਦੀ ਸ਼ੁਰੂਆਤ ਦੇ ਵਿੱਚ ਜੋ ਸਥਿਤੀ ਸੀਗੀ, ਉਸ ਤੋਂ ਬਾਅਦ ਲੱਗਦਾ ਸੀ ਕਿ ਕਾਫੀ ਵੱਡਾ ਪਾੜਾ ਸੀ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ। ਹੁਣ ਜਦੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ, ਪਿਛਲੇ ਸਮੇਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਮੀਟਿੰਗ ਹੋਈ 2 ਮੰਤਰੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੀ,
ਉਹ ਬੜੇ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ ਸੀ। ਤੁਸੀਂ ਕੀ ਮਹਿਸੂਸ ਕਰਦੇ ਕਿ ਉਹ ਪਾੜਾ ਘਟਿਆ ਅੱਗੇ ਨਾਲੋਂ? ਨਹੀਂ, ਪਾੜਾ ਉਮੀਦ ਬੰਨੀ ਸੀ ਵੀ ਪਾੜਾ ਘਟਿਆ, ਪਰ ਜਿਹੜੀ ਕੱਲ ਦੀ ਸਥਿਤੀ ਆ ਉਹ ਤੋਂ ਇਹ ਲੱਗਦਾ ਵੀ ਪਾੜਾ ਥੋੜਾ ਜਿਹਾ ਹੋਰ ਵੱਧ ਗਿਆ, ਕਿਉਂਕਿ ਸਾਨੂੰ ਜਿਹੜੀ ਪੰਜਾਬ ਗੌਰਮੈਂਟ ਦਾ ਰਵੱਈਆ ਤਾਂ ਪਹਿਲਾਂ ਨਾਲੋਂ ਉਹ ਥੋੜਾ ਜਿਹਾ ਪਿੱਛੇ ਹਟਿਆ ਪੰਜਾਬ ਗੌਰਮੈਂਟ ਸਾਡੇ ਹੱਕ ਦੇ ਪਿੱਛੇ। ਬਾਕੀ ਜਿਹੜਾ ਸਾਨੂੰ ਇਹ ਆਇਆ ਥਾ ਵੀ ਕੇਂਦਰ ਸਰਕਾਰ ਬੁਲਾਵਾ ਦੇਊਗੀ 21 ਤਰੀਕ ਨੂੰ, ਉਹ ਅਜੇ ਕਿਤੇ ਗੱਲ ਸਾਹਮਣੇ ਨਹੀਂ ਆ ਰਹੀ। ਦੂਜਾ, ਅਸੀਂ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਤਾਂ ਵੀ ਤੁਸੀਂ ਕੇਂਦਰ ਨੂੰ ਵੀ ਅਪੀਲ ਕਰੀ, ਰਿਕੁਐਸਟ ਕਰੀ ਦੀ ਵੀ ਤੁਸੀਂ ਮਾਲ ਗੱਡੀਆਂ ਤਾਂ ਚਲਾ ਦਿਓ। ਉਹ ਮਾਲ ਗੱਡੀਆਂ ਸਮਝ ਨਹੀਂ ਆਉਂਦੀ ਵੀ ਸਾਨੂੰ ਸਾਰੇ ਬਦਨਾਮ ਕਰੀ ਜਾ ਰਹੇ ਆ। ਅਸੀਂ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਅੱਜ ਇੰਡਸਟਰੀ ਵਾਲੇ ਕਹਿ ਰਹੇ ਆ ਵੀ ਕਿਸਾਨਾਂ ਨੂੰ ਬੇਨਤੀ ਕਰ ਰਹੇ ਆ। ਕਿਸਾਨਾਂ ਨੇ ਛੱਡਿਆ ਹੋਇਆ ਤਾਂ ਪਟੜੀਆਂ ਛੱਡਤੀਆਂ, ਸਟੇਸ਼ਨ ਛੱਡਤੇ, ਬਾਹਰ ਆ ਗਏ, ਰੇਲਾਂ ਚੱਲ ਵੀ ਲਈਆਂ। ਹੁਣ ਉਹ ਸਾਨੂੰ ਬਾਰ-ਬਾਰ ਸਾਰੇ ਹੀ ਕਹੀ ਜਾਂਦੇ ਆ, ਲੇਕਿਨ ਸਰਕਾਰ ਨੂੰ ਕੋਈ ਨਹੀਂ ਕਹਿੰਦਾ ਵੀ ਤੁਸੀਂ ਸਰਕਾਰ ਜੀ ਵੀ ਤੁਸੀਂ ਕਿਉਂ ਨਹੀਂ ਚਲਾਉਂਦੇ ਜਦ ਉਹਨਾਂ ਛੱਡਿਆ ਹੋਇਆ ਸਭ ਕੁਛ ਹੀ। ਤੁਸੀਂ ਚੱਲ ਲਏ 2 ਦਿਨ ਵੀ ਹੁਣ ਤੁਹਾਨੂੰ ਦਿੱਕਤ ਕਿਆ ਹੈ? ਉਹ ਸਰਕਾਰ ਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਨਹੀਂ ਪ੍ਰੈਸ਼ਰਾਈਜ਼ ਕਰਿਆ। ਇਸ ਦੇ ਵਿੱਚ ਤਾਂ ਕੇਂਦਰ ਸਰਕਾਰ ਦਾ ਜਿਹੜਾ ਪੱਖ ਉਹ ਇਹ ਹੈ ਨਾ ਕਿ ਉਹ ਕਹਿ ਰਹੇ, ਰੇਲ ਵਿਭਾਗ ਕਹਿ ਰਿਹਾ ਕਿ ਇਕੱਲੀ ਮਾਲ ਗੱਡੀਆਂ ਚਲਾਉਣੀਆਂ ਸੰਭਵ ਨਹੀਂ, ਨਾਲ ਯਾਤਰੀ ਗੱਡੀਆਂ ਵੀ ਚਲਾਈ ਜਾਣਗੀਆਂ, ਇਕੱਠੀਆਂ ਚਲਾਈਆਂ ਜਾਣਗੀਆਂ। ਤਾਂ ਉਹਦੇ ਵਿੱਚ ਕਿਸਾਨ ਦੀ ਜਿੱਦ, ਤੁਹਾਡੀ ਜਿੱਦ ਇਹ ਹੈ ਕਿ ਇਕੱਲੀ ਮਾਲ ਗੱਡੀ ਨੂੰ ਅਸੀਂ ਫਿਲਹਾਲ ਚਲਾਉਣ ਦੀ ਪ੍ਰਵਾਨਗੀ ਦੇਵਾਂਗੇ, ਤਾਂ ਫਿਰ ਮਸਲੇ ਦਾ ਹੱਲ ਹੋਵੇਗਾ ਕਿਵੇਂ? ਨਹੀਂ, ਉਹ ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ 22,000 ਰੂਟ ਹੈ, 22,000 ਚੋਂ ਸਿਰਫ 200 ਰੂਟ ਹਿੰਦੁਸਤਾਨ ਚੱਲ ਰਿਹਾ। 200 ਉਹਦੇ ਚ ਕਿੰਨੇ ਗਾਉਣੇ ਪੰਜਾਬ ਦੇ ਹਿੱਸੇ? ਕਿੰਨਾ ਕੁ ਮਸਲਾ ਖੜਾ? ਮਸਲਾ ਤਾਂ ਮਹਿੰਗਾਈ ਦਾ। ਕਿਆ ਗੱਡੀਆਂ ਚੱਲ ਨਹੀਂ ਸਕਦੀਆਂ ਮਾਲ ਗੱਡੀਆਂ? ਇਹ ਕੋਈ ਜਸਟੀਫਾਈਡ ਗੱਲ ਨਹੀਂ ਹੈ ਵੀ ਜੇ ਸਵਾਰੀਆਂ ਬਿਨਾਂ ਮਾਲ ਗੱਡੀਆਂ ਚੱਲ ਸਕਦੀਆਂ। ਉਹ ਤਾਂ ਚੱਲਦੀਆਂ, ਸਾਨੂੰ ਦੇਖਦੀਆਂ ਚੱਲਦੀਆਂ, ਚੱਲ ਸਕਦੀਆਂ। ਔਰ ਉਹਨਾਂ ਦਾ ਜਿਹੜਾ ਸਾਡੀ ਮੇਨ ਪ੍ਰੋਬਲਮ ਸਾਡੀ ਹੈ ਉਹ ਇੰਡਸਟਰੀ ਦੀ ਆ। ਇੰਡਸਟਰੀ ਵਾਲੇ ਜਿਹੜੇ ਆ ਉਹ ਸਾਨੂੰ ਤਾਂ ਕਹੀ ਜਾ ਰਹੇ ਆ, ਸਰਕਾਰ ਨੂੰ ਨਹੀਂ ਕਹਿੰਦੇ। ਦੂਜਾ, ਜੇ ਪਿਆਜ਼ 200-300% ਵੱਧ ਜਾਂਦਾ, ਉੱਥੇ ਕੋਈ ਨਹੀਂ ਚੀਖਦਾ, ਕੋਈ ਨਹੀਂ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ। ਜੇ ਆਲੂ ਵੱਧਦੇ ਕੋਈ ਨਹੀਂ ਚੀਖਦਾ, ਜੇ ਸਰੋਂ ਦਾ ਤੇਲ ਵੱਧਦਾ ਕੋਈ ਨਹੀਂ ਚੀਖਦਾ। ਇਹ ਸਿਰਫ ਪਤਾ ਨਹੀਂ ਕਿਉਂ ਕਿਸਾਨਾਂ ਪਰੇ ਸਾਰੇ ਦਬਾਅ ਪਾ ਰਹੇ ਆ। ਮੇਰਾ ਖਿਆਲ ਹੈ ਵੀ ਅਨਜਸਟੀਫਾਈਡ ਗੱਲਾਂ ਹੈ। ਦੇਸ਼ ਦੀ ਏਕਤਾ ਨੂੰ ਵੀ ਖਤਰਾ ਇਹਦੇ ਕਿਸੇ ਵੀ ਮਸਲੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਗੱਲਬਾਤ ਦੇ ਜ਼ਰੀਏ ਹੀ ਮਸਲਾ ਹੱਲ ਹੁੰਦਾ ਹੈ। ਕੇਂਦਰ ਸਰਕਾਰ ਦੇ ਵੱਲੋਂ ਵੀ ਵੱਖ-ਵੱਖ ਸਮੇਂ-ਸਮੇਂ ਤੇ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ। ਜਸਣਾ ਜੀ, ਮੇਰਾ ਸਵਾਲ ਤੁਹਾਡੇ ਤੋਂ ਹੈ ਕਿ ਅੰਦੋਲਨ ਦੀ ਦਿਸ਼ਾ ਇਸ ਵਕਤ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅੰਦੋਲਨ ਦੀ ਸਥਿਤੀ ਇਸ ਵਕਤ ਕੀ ਹੈਗੀ ਹੈ? ਦੇਖੋ, ਅੰਦੋਲਨ ਦੀ ਸਥਿਤੀ ਸੰਬੰਧੀ ਤਾਂ ਮੈਂ ਇਹੀ ਕਹੂੰਗਾ ਕਿ ਜੋ ਅੱਜ ਹਾਲਾਤ ਕੇਂਦਰ ਸਰਕਾਰ ਨੇ ਪੈਦਾ ਕਰਤੇ, ਸਾਨੂੰ ਅੰਦੋਲਨ ਤਾਂ ਬਹੁਤ ਵੱਡੇ ਪੱਧਰ ਤੇ ਲਿਜਾਣਾ ਪੈਣਾ ਹੈ। ਔਰ ਉਸ ਹਿਸਾਬ ਨਾਲ ਅਸੀਂ ਪਿੰਡਾਂ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲਾਮਬੰਦ ਕਰ ਰਹੇ ਹਾਂ ਅਸੀਂ ਜਥਿਆਂ ਨੂੰ, ਆਪਣਿਆਂ ਨੂੰ। ਤੇ 26-27 ਤਰੀਕ ਦਾ ਜਿਹੜਾ ਸਾਡਾ ਦਿੱਲੀ ਘਿਰਾਓ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਕਰ ਰਹੇ ਹਾਂ ਅਸੀਂ। ਸੋ ਜਿਹੜੇ ਇਹ ਕਾਲੇ ਕਾਨੂੰਨ ਹੈ ਇਹ ਕਿਸੇ ਵੀ ਪੱਖ ਨਾਲ ਕਿਸਾਨ ਦੇ ਹੱਕ ਵਿੱਚ ਨਹੀਂ। ਚਾਹੇ ਪਹਿਲਾਂ ਇਹ ਕਹੀ ਗਏ ਜੀ ਅਸੀਂ ਵਿਚੋਲੀਏ ਖਤਮ ਕਰ ਦਿੱਤੇ, ਜਿਹੜੇ ਆੜਤੀ ਨੇ, ਹੁਣ ਕਹਿੰਦੇ ਜੀ ਅਸੀਂ ਆੜਤੀਆਂ ਨੂੰ ਵਿਚੋਲੀਏ ਨਹੀਂ ਕਿਹਾ, ਅਸੀਂ ਵਪਾਰੀਆਂ ਨੂੰ ਵਿਚੋਲੀਏ ਕਿਹਾ, ਜਿਹੜੇ ਵਾਰ ਦੀ ਵਾਰ ਖਰੀਦ ਲੈਂਦੇ ਆ ਫਸਲ ਕਿਸਾਨ ਦੀ। ਇੱਕ ਪਾਸੇ ਤਾਂ ਇਹਨਾਂ ਦਾ ਹੀ ਬਿਆਨ ਇਹ ਹੈ, ਦੂਜੇ ਪਾਸੇ ਇਹ ਕਹਿੰਦੇ ਨੇ ਵੀ ਮੰਡੀ ਤੋਂ ਬਾਹਰ ਵਪਾਰੀ ਸੌਤੇ ਫਸਲ ਖਰੀਦੂਗਾ। ਇਹ ਆਪਣੇ ਹੀ ਬਿਆਨਾਂ ਵਿੱਚ ਫਸਦੇ ਨੇ। ਇੱਕ ਗੁਰਨਾਮ ਸਿੰਘ ਜੀ, ਜਿਵੇਂ ਅੰਦੋਲਨ ਸ਼ੁਰੂ ਹੋਇਆ ਸੀ, ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਸ ਸਮੇਂ ਤੇ ਜਿਸ ਤਰ੍ਹਾਂ ਦਾ ਅੰਦੋਲਨ ਹੁੰਦਾ ਰਿਹਾ, ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਰਾਜਨੀਤਿਕ ਵੱਖ-ਵੱਖ ਪਾਰਟੀਆਂ ਜੋ ਅਗਲੇ ਬੇਸ਼ੱਕ ਆਪਾਂ ਕਹੀਏ ਕਿ ਆਉਣ ਵਾਲੀ ਚੋਣਾਂ ਦੇ ਸੰਦਰਭ ਦੇ ਵਿੱਚ ਕਿਸਾਨਾਂ ਦਾ ਸਾਥ ਦੇ ਰਹੀਆਂ ਜਾਂ ਦੇਣ ਦਾ ਯਤਨ ਕਰ ਰਹੀਆਂ ਜਾਂ ਫਿਰ ਦੇਣ ਦਾ ਦਿਖਾਵਾ ਕਰ ਰਹੀਆਂ ਨੇ। ਕਿਸਾਨਾਂ ਨੇ ਕਿਹਾ ਕਿ ਜੋ ਉਹਨਾਂ ਦੇ ਅੰਦੋਲਨ ਦੇ ਵਿੱਚ ਆਉਣਾ ਹੈ ਤਾਂ ਕਿਸਾਨੀ ਝੰਡੇ ਦੇ ਥੱਲੇ ਆਉਣਾ ਹੈਗਾ। ਜੇਕਰ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਦੇ ਵਿੱਚ ਮੌਜੂਦਾ ਕਾਂਗਰਸ ਦੀ ਸਰਕਾਰ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਨੇ, ਉਹਨਾਂ ਦੇ ਵੱਖ-ਵੱਖ ਸਮੇਂ ਦੇ ਉੱਪਰ ਬਿਆਨ ਆਉਂਦੇ ਪਏ ਨੇ ਕਿ ਉਹ ਕਿਸਾਨਾਂ ਦੇ ਲਈ ਕਰ ਰਹੇ ਨੇ, ਕੇਂਦਰ ਨਾਲ ਗੱਲਬਾਤ ਦਾ ਦੌਰ ਵੀ ਚੱਲ ਰਿਹਾ। ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਸਥਿਤੀ ਇਸ ਵਕਤ ਇਸ ਨਵੇਂ ਖੇਤੀ ਕਾਨੂੰਨਾਂ ਦੇ ਉੱਪਰ ਕੀ ਹੈਗੀ? ਦੇਖੋ, ਜਦੋਂ ਖਰੜਾ ਤਿਆਰ ਕੀਤਾ ਗਿਆ ਉਦੋਂ ਕਾਂਗਰਸ ਪਾਰਟੀ ਨੂੰ ਪਤਾ ਸੀ, ਅਕਾਲੀ ਪਾਰਟੀ ਨੂੰ ਪਤਾ ਸੀ। ਉਸ ਤੋਂ ਬਾਅਦ ਜਦੋਂ ਆਰਡੀਨੈਂਸ ਬਣ ਕੇ ਆਏ ਉਦੋਂ ਅਕਾਲੀ ਦਲ ਕਾਂਗਰਸ ਦੋਨਾਂ ਪਾਰਟੀਆਂ ਨੂੰ ਪਤਾ ਸੀ। ਇਹਨਾਂ ਨੇ ਬਿਲਕੁਲ ਸਾਨੂੰ ਅਵੇਅਰ ਨਹੀਂ ਕੀਤਾ। ਅਸੀਂ ਕਿਵੇਂ ਮੰਨੀਏ ਕਿ ਸਾਡੇ ਨਾਲ ਇਹ ਸੱਚੇ ਦਿਲੋਂ ਲੱਗੇ ਹੋਏ ਨੇ। ਉਸ ਤੋਂ ਅੱਗੇ ਇਹ ਜਿਹੜੇ ਅਸੀਂ MP ਬਣਾਏ ਨੇ, ਇਹ MP ਕਹਿੰਦੇ ਨੇ ਵੀ ਜਿਹੜੀ ਲੋਕ ਸਭਾ ਸੀ ਉਹਦੇ ਵਿੱਚ ਆਪਣੀਆਂ ਧੱਜੀਆਂ ਅੜਾਈਆਂ ਉਹਨਾਂ ਨੇ ਲੋਕ ਰਾਜ ਦੀਆਂ। ਅਗਰ ਲੋਕ ਰਾਜ ਦੀਆਂ ਕੇਂਦਰ ਸਰਕਾਰ ਨੇ ਧੱਜੀਆਂ ਅੜਾਈਆਂ ਹੈ ਤਾਂ ਕਿਉਂ ਨਹੀਂ ਇਹ ਦਿੱਲੀ ਵਿੱਚ ਮੁਜ਼ਾਹਰਾ ਕਰਕੇ ਗ੍ਰਿਫਤਾਰੀ ਦਿੰਦੇ? ਦੇਖੋ, ਜੇ ਇਹ ਸੱਚੇ ਦਿਲੋਂ ਸਾਡੇ ਨਾਲ ਨੇ ਬਿਆਨ ਜੋ ਮਰਜ਼ੀ ਕਰੀ ਜਾਣ,
ਗਰਾਊਂਡ ਲੈਵਲ ਤੇ ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਕਿਸਾਨ ਦੇ ਹੱਕ 'ਚ, ਉੱਥੇ ਜਾਣ, ਇਹ ਗ੍ਰਿਫਤਾਰੀ ਦੇਣ। ਜਦੋਂ MP ਗ੍ਰਿਫਤਾਰ ਹੋਣਗੇ ਵਾਰਡ ਲੈਵਲ ਤੇ ਰੌਲਾ ਪਊ ਪੰਜਾਬ ਇਹ ਕੇਂਦਰ ਸਰਕਾਰ ਦਾ। ਕਿਵੇਂ ਨਹੀਂ ਕੇਂਦਰ ਸਰਕਾਰ ਤੇ ਬਾਹਰ ਦੇ ਦੇਸ਼ਾਂ ਦਾ ਪ੍ਰੈਸ਼ਰ ਪੜੂਗਾ ਵੀ ਤੁਸੀਂ ਕਿਉਂ ਨਹੀਂ ਸੁਣਦੇ ਕਿਸਾਨ ਦੀ। ਅਸੀਂ ਜਿਹੜਾ ਹੁਣ 26-27 ਨੂੰ ਮਾਰਚ ਕਰਨਾ ਦਿੱਲੀ ਨੂੰ, ਦਿੱਲੀ ਘੇਰਨੀ ਹੈ, ਸਾਨੂੰ ਇਹੋ ਜਿਹੇ ਮਾਰਚਾਂ ਦੀ ਲੋੜ ਹੀ ਨਹੀਂ ਪੈ ਸਕਦੀ ਜੇ ਸਾਡੇ ਲੋਕ ਸਭਾ ਮੈਂਬਰ MP ਆਪਣਾ ਇਹੋ ਜਿਹਾ ਕੋਈ ਸਟੈਪ ਲੈਣ। ਗੁਰਮੇਲ ਸਿੰਘ ਜੀ, ਅਗਲਾ ਸਵਾਲ ਮੇਰਾ ਤੁਹਾਡੇ ਤੋਂ ਹੈ, ਕਿਉਂਕਿ ਜਿਵੇਂ ਕਿਸਾਨ ਜਥੇਬੰਦੀਆਂ ਦਾ ਮਹਿਸੂਸ ਕਰਨਾ ਇੱਕ ਵੱਖਰੀ ਤਰ੍ਹਾਂ ਦਾ ਹੋ ਸਕਦਾ ਹੈ, ਇੱਕ ਕਿਸਾਨ ਕੀ ਮਹਿਸੂਸ ਕਰਦਾ ਹੈ, ਕਿਉਂਕਿ ਬੇਸ਼ੱਕ ਕਿਸਾਨੀ ਦਾ ਮੁੱਦਾ ਹੈ, ਖੇਤੀ ਦਾ ਮੁੱਦਾ ਹੈ, ਪਰੰਤੂ ਕਿਤੇ ਨਾ ਕਿਤੇ ਰਾਜਨੀਤੀ ਦਾ ਇਹਦੇ ਵਿੱਚ ਟੱਚ ਹੈਗਾ ਹੀ ਹੈ। ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦਾ ਰੋਲ ਦੇ ਬਾਰੇ ਇੱਕ ਆਮ ਕਿਸਾਨ ਕੀ ਮਹਿਸੂਸ ਕਰਦਾ ਹੈ? ਦੇਖੋ, ਕਿਸਾਨ ਜਿਹੜਾ ਮਹਿਸੂਸ ਕਰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਅੱਜ ਜਿਹੜਾ ਕਿਸਾਨ ਹੈ ਉਹ ਕਿਸੇ ਵੀ ਪਾਰਟੀ ਦਾ ਮੈਂਬਰ ਹੈ, ਕਿਸੇ ਵੀ ਪਾਰਟੀ 'ਚ ਹੈਗਾ, ਪਰ ਉਹ ਸਾਰੇ ਸੰਘਰਸ਼ ਵਿੱਚ ਸਣਾ ਪਰਿਵਾਰ ਸਣਾ ਉਹ ਭਾਗ ਲੈ ਰਹੇ ਹੈ। ਕਿਸਾਨ ਤਾਂ ਇੱਕ ਬਹੁਤ ਵੱਡਾ ਖਤਰਾ ਮਹਿਸੂਸ ਕਰ ਰਿਹਾ ਵੀ ਜਿਹੜਾ ਸਾਡਾ ਮਾੜਾ ਮੋਟਾ ਚੁੱਲ੍ਹਾ ਸੁਲਗਲਾ ਹੈ, ਸਾਡੀ ਰੋਟੀ ਪਾਣੀ ਚੱਲਦੀ ਹੈ, ਇਹ ਸਾਡੀ ਖਤਮ ਹੋ ਜਾਣੀ ਹੈ ਜੇ ਅਸੀਂ ਬੇਬਸ ਹੋ ਜਾਣਾ। ਔਰ ਜਿੱਥੇ ਤੱਕ ਰਾਜਨੀਤਿਕ ਪਾਰਟੀਆਂ ਦਾ ਪੱਖ ਹੈਗਾ, ਇਹ ਵੀ ਸਾਡੇ ਸਾਹਮਣੇ ਹੈਗਾ, ਕਿਉਂਕਿ ਇਹਨਾਂ ਦਾ ਦਿਖਾਵਾ ਜ਼ਿਆਦਾ ਹੈ ਔਰ ਦਿਲੋਂ ਜਿਹੜਾ ਅੰਦਰ ਦੀ ਗੱਲ ਹੈ ਉਹ ਤਾਂ ਇਹਨਾਂ ਨੂੰ ਮੁੱਖ ਰਾਜਨੀਤੀ ਹੈ। ਹੁਣ ਤੁਹਾਡੇ ਸਾਹਮਣੇ ਹੈ, ਜਦੋਂ ਪੰਜਾਬ ਦੀ ਵਿਧਾਨ ਸਭਾ ਵਿੱਚ 3 ਕਾਨੂੰਨਾਂ ਦੇ ਵਿਰੁੱਧ ਮਤਾ ਪਾਸ ਕੀਤਾ ਹੈ ਔਰ ਸਾਰਿਆਂ ਨੇ ਦਿਖਾਈ ਏਕਤਾ ਵੀ ਅਸੀਂ ਇੱਕ ਹੋ ਕੇ ਕਿਸਾਨ ਦੀ ਗੱਲ ਪੰਜਾਬ ਵਾਸਤੇ ਲੜਨ ਨੂੰ ਤਿਆਰ ਹੈ। ਗਵਰਨਰ ਕੋਲ ਵੀ ਗਏ, ਪਰ ਬਾਹਰ ਨਿਕਲਦੀ ਸਾਰੇ ਫਿਰ ਆਪਣਾ ਆਪਣਾ ਝੰਡਾ, ਆਪਣੀ ਆਪਣੀ ਗੱਲ ਸ਼ੁਰੂ ਕਰਤੀ। ਜੇ ਇਹ ਦਿਲੋਂ ਸਾਫ਼ ਹੋ ਕੇ ਕਿਸਾਨ ਦੇ ਨਾਲ ਲੜਨ, ਸਾਰੇ ਕਿਸਾਨ ਦੇ ਨਾਲ ਖੜਨ, ਤਾਂ ਇਹ ਮਸਲਾ ਹੋਰ ਛੇਤੀ ਹੱਲ ਹੋ ਸਕਦਾ। ਗੱਲ ਇਹ ਜ਼ਾਹਰ ਹੁੰਦੀ ਹੈ ਵੀ ਇਹ ਤਾਂ ਆਪਣੀ ਰਾਜਨੀਤੀ ਨੂੰ ਵਧਾਉਣ ਵਾਸਤੇ, ਰਾਜਨੀਤੀ ਵਾਸਤੇ ਸਾਰਾ ਕੁਝ ਕਰ ਰਹੀਆਂ। ਦਿਲੋਂ ਜਿਹੜੀ ਕਿਸਾਨਾਂ ਦੀ ਹਮਦਰਦੀ ਹੈ ਉਹ ਮੇਰਾ ਖਿਆਲ ਇਹਨਾਂ ਦੇ ਦਿਲ ਵਿੱਚ ਨਹੀਂ ਹੈਗੀ ਹੈ। ਮਾਸਟਰ ਜੀ, ਹੁਣ ਖੇਤੀ ਜੋ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ, 50 ਦਿਨ ਦੇ ਲਗਭਗ ਹੋ ਚੁੱਕੇ ਨੇ। ਥੋੜੇ ਸ਼ਬਦਾਂ ਵਿੱਚ ਗੱਲ ਕਰੀ ਜਾਵੇ ਤਾਂ ਦੱਸੋ ਕਿ ਆਉਣ ਵਾਲੇ ਸਮੇਂ 26-27 ਦੀ ਤਰੀਕ ਦੀ ਤਿਆਰੀ ਕੀਤੀ ਜਾ ਰਹੀ ਦਿੱਲੀ ਦੀ ਘਰਾਵ ਦੀ, ਕਿਸ ਤਰ੍ਹਾਂ ਦੀ ਇਹ ਦਿੱਲੀ ਘਰਾਵ ਹੋ ਸਕਦਾ? ਦਿੱਲੀ ਘਰਾਵ ਟਰਾਲੀਆਂ ਦਾ ਤਿਆਰੀ ਕਰ ਰਹੇ ਪੰਜਾਬ ਦੇ ਕਿਸਾਨ, ਔਰ ਕੁਝ ਲੋਕ ਟਰੱਕਾਂ ਬੱਸਾਂ ਤੇ ਵੀ ਜਾਣਗੇ, ਔਰ ਉਹਦੇ ਵਾਸਤੇ ਤਿਆਰੀ ਪੂਰੀ ਖਿੱਚੀ ਹੋਈ ਹੈ ਸਭ ਨੇ। ਔਰ ਅਸੀਂ ਜਾਵਾਂਗੇ, ਮਾਰਚ ਕਰਾਂਗੇ, ਜਿੱਥੇ ਕੋਈ ਰੋਕੂਗਾ ਅਸੀਂ ਉੱਥੇ ਬੈਠ ਜਾਵਾਂਗੇ, ਕੋਸ਼ਿਸ਼ ਕਰਾਂਗੇ ਉਹਨਾਂ ਦਾ ਰੁਕਾਵਟ ਤੋੜਨ ਦੀ। ਜੇ ਨਾ ਤਾਂ ਉੱਥੇ ਬੈਠਾਂਗੇ, ਜਿੱਥੇ ਚਾਹੇ ਹਰਿਆਣਾ ਦੀ ਬਾਰਡਰ ਤੇ ਸ਼ੁਰੂ ਬੈਠ ਜਾਈਏ, ਚਾਹੇ ਦਿੱਲੀ ਦੀ ਬਾਰਡਰ ਤੇ ਬੈਠ ਜਾਈਏ, ਜਿੱਥੇ ਵੀ ਸਾਨੂੰ ਕੋਈ ਰੋਕੂਗਾ ਅਸੀਂ ਉੱਥੇ ਬੈਠਣ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਇਹ ਕਰਾਂਗੇ ਵੀ ਜੰਤਰ ਮੰਤਰ ਤੇ ਪਹੁੰਚਿਆ ਜਾਵੇ। ਸੋ ਜੀ, ਲਗਭਗ 50 ਦਿਨਾਂ ਤੋਂ ਕਿਸਾਨਾਂ ਦਾ ਇਹ ਅੰਦੋਲਨ ਬਰਕਰਾਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 26-27 ਤਰੀਕ ਦੀ ਦਿੱਲੀ ਘਰਾਵ ਦੀ ਕਿਸਾਨਾਂ ਦੇ ਵੱਲੋਂ ਤਿਆਰੀ ਵੀ ਕੀਤੀ ਜਾ ਰਹੀ ਹੈ। ਸਾਡੀ ਇਸ ਵਿਚਾਰ ਚਰਚਾ ਦਾ ਮਕਸਦ ਇਹੀ ਸੀ ਕਿ ਅਸੀਂ ਆਮ ਲੋਕਾਂ ਤੱਕ ਕਿਸਾਨਾਂ ਦੇ ਮੁੱਦੇ ਨੂੰ, ਇਸ ਕਿਸਾਨ ਅੰਦੋਲਨ ਨੂੰ ਪਹੁੰਚਾਈਏ ਤੇ ਵੱਖ-ਵੱਖ ਸਾਡੇ ਪੈਨਲ ਦੇ ਵਿੱਚ ਜੋ ਸਾਡੇ ਮਹਿਮਾਨ ਜੁਟੇ ਨੇ ਉਹਨਾਂ ਦੀ ਦਿਲ ਦੀ ਗੱਲ, ਕਿਸਾਨਾਂ ਦੀ ਦਿਲ ਦੀ ਗੱਲ, ਕਿਸਾਨ ਜਥੇਬੰਦੀਆਂ ਦੀ ਦਿਲ ਦੀ ਗੱਲ ਲੋਕਾਂ ਤੱਕ ਹੀ ਪਹੁੰਚਾਈਏ। ਸੋ ਜੀ, ਸਾਡੇ ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਹੋ ਚੁੱਕਾ ਹੈ, ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਇਸ ਵਿਚਾਰ ਚਰਚਾ ਦੇ ਅੰਤ ਵਿੱਚ ਆਪਣੇ ਨਾਲ ਜੁੜੇ ਤਿੰਨੋਂ ਮਹਿਮਾਨਾਂ ਦਾ ਗੁਰਨਾਮ ਸਿੰਘ ਜਸ਼ੜਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਬਾੜਾ, ਇੱਕ ਆਮ ਕਿਸਾਨ, ਦੇ ਨਾਲ ਮਾਸਟਰ ਦਲੀਪ ਸਿੰਘ ਘਨੌਲਾ ਜੋ ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰ ਨੇ। ਇਹਨਾਂ ਤਿੰਨਾਂ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਣ ਲਈ। ਅਤੇ ਆਸਬੰਦ ਸਾਨੂੰ ਵੀ ਰਹਿਣਾ ਚਾਹੀਦਾ ਹੈ, ਲੋਕਾਂ ਨੂੰ ਵੀ ਰਹਿਣਾ ਚਾਹੀਦਾ, ਸਰਕਾਰ ਨੂੰ ਵੀ ਆਸਬੰਦ ਰਹਿਣਾ ਚਾਹੀਦਾ, ਨਾਲ ਦੀ ਨਾਲ ਕਿਸਾਨਾਂ ਨੂੰ ਵੀ ਆਸਬੰਦ ਰਹਿਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਚੱਲਿਆ ਹੋਇਆ, ਇਸ ਦਾ ਮਸਲੇ ਦਾ ਹੱਲ ਸਾਨੂੰ ਛੇਤੀ ਦੇਖਣ ਨੂੰ ਮਿਲੇਗਾ। ਸੋ ਜੀ, ਮੇਰੇ ਵੱਲੋਂ ਅਵਤਾਰ ਸਿੰਘ ਕੰਬੋਜ ਵੱਲੋਂ ਰੋਪੜ TV ਦੇ ਦਰਸ਼ਕਾਂ ਨੂੰ ਦਾ ਧੰਨਵਾਦ। ਵਧੀਆ ਇੱਟਾਂ ਲਈ ਸੰਪਰਕ ਕਰੋ AS ਭੱਠਾ, ਰੰਗੀਲਪੁਰ ਰੋਡ, ਭੱਦਲ। ਘਰ ਪਹੁੰਚਾਉਣ ਦੀ ਪੂਰੀ ਜ਼ਿੰਮੇਵਾਰੀ। ਇੱਟਾਂ ਮੰਗਵਾਉਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰੋ 92 165 27 849 98 776 20 476।